ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਜੀ ਦਾ ਸਵਾਗਤ ਹੈ। ਅੱਜ ਅਸੀਂ 8ਵੀਂ ਜਮਾਤ ਦੀ ਪਾਠ ਪੁਸਤਕ ਮਾਣਕਮਾਲਾ ਭਾਗ 3 ਦਾ ਪਾਠ ਨਿਰਭਉ, ਜੋ ਕਿ ਗੁਰਦੇਵ ਸਿੰਘ ਰੁਪਾਣਾ ਜੀ ਦੁਆਰਾ ਲਿਖਿਆ ਗਿਆ ਹੈ, ਇਸ ਬਾਰੇ ਪੜ੍ਹਦੇ ਹਾਂ। ਆਓ ਸ਼ੁਰੂ ਕਰਦੇ ਹਾਂ। ਛੋਟੇ ਦੀ ਜਦੋਂ ਮਾਂ ਮਰੀ ਸੀ, ਉਹ ਮਸਾਂ 3 ਕੁ ਸਾਲਾਂ ਦਾ ਸੀ। ਸਾਰੇ ਕਹਿੰਦੇ ਸਨ, ਮਾਂ ਤਾਂ ਛੋਟੇ ਦੀ ਹੀ ਮਰੀ ਹੈ, ਵੱਡੇ ਤਾਂ ਆਪਣਾ ਆਪ ਸੰਭਾਲਣ ਜੋਗੇ ਹੋ ਗਏ ਹਨ। ਪਰ ਛੇਤੀ ਹੀ ਉਹ ਮਾਂ ਨੂੰ ਭੁੱਲ ਗਿਆ। ਵੱਡੀ ਭੈਣ ਨੇ ਮਾਵਾਂ ਵਰਗਾ ਪਿਆਰ ਉਹਨੂੰ ਦੇਣਾ ਸ਼ੁਰੂ ਕਰ ਦਿੱਤਾ। ਸਾਰਿਆਂ ਤੋਂ ਚੋਰੀ ਉਹਨੂੰ ਮੱਖਣ ਵਿੱਚ ਬਦਾਮਾਂ ਦੀਆਂ ਗਿਰੀਆਂ ਮਿਲਾ ਕੇ ਖੁਆਉਂਦੀ, ਆਪਣੇ ਹੱਥਾਂ ਨਾਲ ਉਸਦੇ ਲਈ ਖਿੱਦੋ ਖੂੰਡੀ ਬਣਾ ਕੇ ਦਿੰਦੀ। ਸ਼ਾਮ ਨੂੰ ਗਰਮ ਪਾਣੀ ਨਾਲ ਉਹਦੇ ਹੱਥ ਪੈਰ ਧੋ ਕੇ ਕਾੜਨੀ ਦੀ खुरचन नाल चौपड़ दी। काढ़नी जिसमें दूध रखा होता है और उसके दूध गर्म करने के लिए रखते हैं, और उसमें जो मलाई होती है उसकी खुरचन उसको उसके करीम की तरह लगा देती। छोटे बल कोई उंगल करदा तां मरण मारन लई तैयार हो जांदी। ਉਹ ਸਕੂਲ ਜਾਣ ਲੱਗ ਪਿਆ। ਇਹ ਪੈਨ ਕਿੱਥੋਂ ਲਿਆ? ਇੱਕ ਦਿਨ ਵੱਡੇ ਭਰਾ ਨੇ ਛੋਟੇ ਦੇ ਬੋਝੇ ਮਤਲਬ ਉਸकी जेब, ਉਸकी ਪੋਕਟ ਨਾਲ ਚਮਕਦਾ ਪੈਨ ਵੇਖ ਕੇ ਕਿਹਾ। ਬੀਬਾ ਭੈਣ ਨੇ ਮੰਗਵਾ ਕੇ ਦਿੱਤਾ। ਛੋਟੇ ਨੇ ਪੈਨ ਖੁੱਸ ਜਾਣ ਦਾ ਭੈ ਹੋਇਆ। ਖੁੱਸ मतलब उसके खो जाने का, कि वो ले ना ले। ਭੈ मतलब डर, ਭੈ ਹੋਇਆ। ਛੋਟੇ ਨੂੰ ਹਾਲੇ ਲਿਖਣਾ ਨਹੀਂ ਸੀ ਆਉਂਦਾ, ਪਰ ਵੱਡੇ ਕੋਲ ਪੈਨ ਵੇਖ ਕੇ ਉਹਨੇ ਕਿੰਨੇ ਚਿਰ ਤੋਂ मतलब कितने टाइम से, चिर बोला जाता है टाइम को, ਤੋਂ ਪੈਨ ਲੈਣ ਵਾਸਤੇ ਜਿੱਦ ਕਰ ਰਿਹਾ ਸੀ। ਬੀਬਾ ਨੇ ਮੰਗਵਾ ਦਿੱਤਾ। ਤੂੰ ਕੀ ਕਰੇਂਗਾ? ਵੱਡੇ ਭਰਾ ਨੇ ਉਹਦੇ ਬੋਝੇ ਨਾਲੋਂ ਪੈਨ ਲਾ ਕੇ ਮਤਲਬ ਉਤਾਰ ਕੇ ਆਪਣੇ ਨਾਲ ਲਾ ਲਿਆ। ਵੱਡਾ ਭਰਾ ਇੰਨਾ ਵੱਡਾ ਸੀ ਕਿ ਛੋਟਾ ਉਸਦਾ ਕੁਝ ਨਹੀਂ ਸੀ ਕਰ ਸਕਦਾ। ਬਾਪੂ ਵਾਂਡੇ ਗਿਆ ਹੋਇਆ ਸੀ। ਵਾਂਡੇ ਮਤਲਬ ਬਾਹਰ ਕਹੀਂ ਗਿਆ ਹੋਇਆ ਸੀ, ਤੇ ਜੇ ਉਹ ਘਰ ਹੁੰਦਾ ਕਹਿਣਾ ਉਹਨੇ ਵੀ ਵੱਡੇ ਭਰਾ ਨੂੰ ਕੁਝ ਨਹੀਂ ਸੀ। ਭਰਾ ਮਤਲਬ ਭਰਾ ਬੋਲਾ ਜਾਂਦਾ ਹੈ ਭਾਈ ਕੋ। ਵੱਡਾ ਭਰਾ ਨਰਕਾ ਸੁਰਗਾ ਦੀਆਂ ਗੱਲਾਂ ਇਸ ਤਰ੍ਹਾਂ ਸੁਣਾਇਆ ਕਰਦਾ ਸੀ ਜਿਵੇਂ ਉਹ ਉਹਨਾਂ ਦੀ ਗਲੀ ਵਿੱਚ ਘੁੰਮ ਕੇ ਆਇਆ ਹੋਵੇ। ਦੇਵੀ ਦੇਵਤਿਆਂ ਦੀ ਉਸਤਤ ਕਰਨ ਪਿੱਛੇ ਉਹ ਦੱਸਦਾ ਸੀ ਕਿ ਧਰਮਰਾਜ ਨੇ ਕਿਹੜਾ ਕੰਮ ਕਿਹਦੇ ਜੁੰਮੇ ਲਾਇਆ ਹੋਇਆ ਹੈ। ਜੀਵ ਦੁਨੀਆ ਉੱਤੇ ਕਿਸ ਵਾਸਤੇ ਆਇਆ ਹੈ? ਮੌਤ ਕੀ ਹੈ? ਰੱਬ ਕਿੱਥੇ ਰਹਿੰਦਾ ਹੈ? ਕਦੋਂ ਦਿਆਲ ਹੁੰਦਾ ਹੈ? ਕਦੋਂ ਕਰੋਪ ਹੁੰਦਾ ਹੈ? ਤੇ ਇਸ ਪ੍ਰਿਥਵੀ ਉੱਤੇ ਆਪਣਾ ਅਵਤਾਰ ਕਦੋਂ ਭੇਜਦਾ ਹੈ? ਇਹ ਸਭ ਗੱਲਾਂ ਉਹ ਦੱਸਦਾ। ਉਹਦੇ ਮੂੰਹੋਂ ਇਹ ਗੱਲਾਂ ਸੁਣਨ ਵਾਲੇ ਆਖਦੇ ਉਹਨੂੰ ਗਿਆਨ ਹੋ ਗਿਆ ਹੈ। ਉਹਨੂੰ ਪਹੁੰਚਿਆ ਹੋਇਆ ਤੇ ਕਰਨੀ ਵਾਲਾ ਬੰਦਾ ਦੱਸਦੇ। ਇਸ ਵਾਸਤੇ ਬਾਪੂ ਐਡੇ ਗੁਣੀ ਗਿਆਨੀ ਬੰਦੇ ਨੂੰ ਵਾਹੀ ਵਰਗਾ मतलब जमीन बोने का, फसल काटने का कोई मैला ਕੰਮ ਨਾ ਆਖਦਾ मतलब ਬੋਲਤੇ। ਵੱਡਾ ਭਰਾ ਨਹਾ ਧੋ ਕੇ ਅਤੇ ਚਿੱਟੇ ਵਸਤਰ ਪਾ ਕੇ ਸਾਰਾ ਦਿਨ ਅਗਿਆਨੀ ਜੀਵਾਂ ਨੂੰ ਤਾਰਦਾ ਰਹਿੰਦਾ, ਯਾਨੀ 5-7 ਬੰਦਿਆਂ ਵਿੱਚ ਬੈਠ ਕੇ ਗੱਲਾਂ ਕਰਦਾ ਰਹਿੰਦਾ। ਉਹ ਕੋਈ ਵੀ ਕੰਮ ਨਹੀਂ ਸੀ ਕਰਦਾ, ਫਿਰ ਵੀ ਕਿਹਾ ਜਾਂਦਾ ਸੀ ਕਿ ਸਭ ਉਹਦਾ ਹੀ ਪ੍ਰਤਾਪ ਹੈ। ਘਰ ਵਿੱਚ ਉਹਦੀ ਹਰ ਗੱਲ ਮੰਨੀ ਜਾਂਦੀ, मतलब वो ऐसी बातें दूसरे सब लोगों को बताता रहता जिससे घर में उसको सब अच्छा समझते, उसकी बात मानते। छोटा चीका मारन लग गया, मतलब चिल्लाने लगा। ਬੀਬਾ ਭੱਜੀ ਆਈ। ਭੱਜੀ मतलब भाग कर आई। ਵੀਰ ਛੋਟੇ ਦਾ ਪੈਨ ਮੋੜ ਦੇ, ਮੈਂ ਮੰਗਵਾ ਕੇ ਦਿੱਤਾ। ਉਹ ਗੁੱਸਾ ਦਬਾ ਕੇ ਬੋਲੀ। ਇਹਨੇ ਕੀ ਕਰਨਾ? ਨਾ ਇਹਨੂੰ ਲਿਖਣਾ ਆਵੇ ਨਾ ਵਾਸਤਾ। ਬਾਂਦਰਾਂ ਨੂੰ ਬਨਾਤ ਦੀਆਂ ਟੋਪੀਆਂ, मतलब ये चीज़ इसके काम की नहीं है। 2 ਮਿੰਟਾਂ ਵਿੱਚ ਤੋੜ ਦੇਣਾ ਇਹਨੇ। ਪੈਨ ਵੱਡੇ ਭਰਾ ਨੇ ਬੋਝੇ ਨਾਲੋਂ ਲਾ ਕੇ ਆਪਣੀ ਪਵਿੱਤਰ ਸੰਦੂਕੜੀ ਵਿੱਚ ਰੱਖ ਦਿੱਤਾ। पवित्र संदूकड़ी की उन्होंने एक छोटा संदूक होता है वो ऊपर रख रखा था, जिसमें वो अपने बोलता था उसके बारे में कि इसमें मैंने अपनी पवित्र चीज़ें रखी हुई है। ਵੱਡੇ ਭਰਾ ਦੀ ਇਹ ਪਵਿੱਤਰ संदूकड़ी एक ऊंची पड़छत्ती यानी कि जो सेल्फ होती है स्लेब के ऊपर, जो ऊपर कमरों में जैसे आजकल हम किचन वगैरह में बनाते हैं, उसे बोला जाता है पड़छत्ती, ਉੱਤੇ ਪਈ ਰਹਿੰਦੀ ਸੀ। ਇਹਦੇ ਵਿੱਚ ਮਾਂ ਸ਼ਕਤੀ, ਪਵਿੱਤਰ ਸਮੱਗਰੀ, ਮਾਲਾ, ਧੂਫ, ਚੰਦਨ ਦੀ ਲੱਕੜੀ ਆਦਿ ਰੱਖੇ ਹੁੰਦੇ ਸਨ। ਇਸ ਪਵਿੱਤਰ ਸੰਦੂਕੜੀ ਨੂੰ ਵੱਡੇ ਭਰਾ ਤੋਂ ਬਿਨਾਂ ਕੋਈ ਹੱਥ ਨਹੀਂ ਸੀ ਲਾ ਸਕਦਾ। ਉਹਦੇ ਵੱਲ ਪਿੱਠ मतलब ਨਹੀਂ ਪੀਠ ਕਰਕੇ ਜਾਂ ਪੈਰ ਪਸਾਰ ਕੇ ਕੋਈ ਬੈਠ ਨਹੀਂ ਸੀ ਸਕਦਾ। ਨੰਗੇ ਸਿਰ ਅਤੇ ਪੈਰਾਂ ਵਿੱਚ ਜੁੱਤੀ ਪਾ ਕੇ ਉਸ ਕਮਰੇ ਵਿੱਚੋਂ ਕੋਈ ਲੰਘ ਵੀ ਨਹੀਂ ਸੀ ਸਕਦਾ। ਵੱਡਾ ਭਰਾ ਕਿਹਾ ਕਰਦਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਮਾਂ ਸ਼ਕਤੀ ਦਾ ਨਿਰਾਦਰ ਹੁੰਦਾ ਹੈ। ਸਾਰਿਆਂ ਨੂੰ ਉਸ ਸੰਦੂਕੜੀ ਤੋਂ ਭੈ ਆਉਂਦਾ। ਕੋਈ ਉਹਦੇ ਸਾਹਮਣੇ ਝੂਠ ਨਾ ਬੋਲ ਸਕਦਾ। ਉਹਦੇ ਅੱਗੋਂ ਲੰਘਦੇ ਸਭ ਦਾ ਸਿਰ ਆਪਣੇ ਆਪ ਝੁਕ ਜਾਂਦਾ। ਜਦੋਂ ਕੋਈ ਵੀ ਘਰ ਵਿੱਚ ਨਾ ਹੁੰਦਾ ਤਾਂ ਵੀ ਲੱਗਦਾ ਘਰ ਵਿੱਚ ਕੋਈ ਹੈ ਜਿਹੜਾ ਸਭ ਕੁਝ ਵੇਖ ਰਿਹਾ ਹੈ। ਤੇ ਛੋਟੇ ਤੋਂ ਪੈਨ ਖੋਹ ਕੇ ਉਹਨੇ ਇਸ ਪਵਿੱਤਰ ਸੰਦੂਕੜੀ ਵਿੱਚ ਰੱਖਿਆ ਅਤੇ ਆਪਣੇ ਆਪ ਘਰੋਂ ਬਾਹਰ ਨਿਕਲ ਗਿਆ। ਤਾਂ
ਜੋ ਉਹਨੂੰ ਬੀਬਾ ਨਾਲ ਹੋਰ ਸਵਾਲ ਜਵਾਬ ਨਾ ਕਰਨੇ ਪੈਣ। ਉਹ ਜਾਣਦਾ ਸੀ ਇੱਥੇ ਪੈਨ ਨੂੰ ਕੋਈ ਹੱਥ नहीं लावेगा, क्योंकि उसे लगता था कि उसको सिर्फ मैं ही संदूकड़ी को मैं ही छू सकता हूँ। ਬੀਬਾ ਸੋਚੀ ਪੈ ਗਈ ਮਤਲਬ ਸੋਚਣੇ ਲੱਗ ਗਈ। ਛੋਟੇ ਨੂੰ ਕੋਈ ਛੇੜਿਆ ਕਰਦਾ ਸੀ ਤਾਂ ਉਹ ਬੀਬਾ ਦਾ ਡਰਾਬਾ ਦਿੰਦਾ ਹੁੰਦਾ ਸੀ। ਉਹਨੂੰ ਸਾਰਿਆਂ ਤੋਂ ਨਾਲੋਂ ਜ਼ੋਰਦਾਰ ਸਮਝਦਾ ਸੀ। ਛੋਟੇ ਨੂੰ ਲੱਗਿਆ ਬੀਬਾ ਵੀ ਸੰਦੂਕੜੀ ਤੋਂ ਡਰ ਗਈ ਹੈ, ਹੁਣ ਪੈਨ ਉਹਨੂੰ ਨਹੀਂ ਮਿਲ ਸਕੇਗਾ। ਛੋਟਾ ਰੋਣ ਲੱਗ ਪਿਆ। बीबा ने उन्हें कलावे विच ले लिया, कलावे में अपनी बाहों में ले लिया। छोटे वीर तू सबर कर, पेन तेनू जरूर लेके देंगी। उसने बोला कि मैं तुझे पेन जरूर लेके दूंगी। छोटे दा रोन रुकिया तां दोवां ने इकट्ठियां संदूकड़ी वाल देखिया। संदूकड़ी नूं कोई जिंदरा नहीं सी, जिंदरा मतलब ताला ਵੱਜਿਆ ਹੋਇਆ ਸੀ। ਫਿਰ ਵੀ ਛੋਟਾ ਤਾੜ ਗਿਆ। ਉਸ ਵਿੱਚੋਂ ਪੈਨ ਕੱਢਣਾ ਬੀਬਾ ਦੇ ਵੱਸੋਂ ਵਾਰੀ ਗੱਲ ਹੈ। ਬੀਬਾ ਨੇ ਵੀ ਉਹਦੇ ਚਿਹਰੇ ਤੋਂ ਬੇਵੱਸੀ ਭਾਂਪ ਲਈ। ਬੀਬਾ ਜਦੋਂ ਉਹਨੇ ਜੇਬ ਨਾਲ ਲਾਇਆ ਹੋਇਆ ਮੈਂ ਝਪੱਟਾ ਮਾਰ ਕੇ ਮਤਲਬ ਛੀਨ ਕੇ ਮਾਰ ਕੇ ਲਾ ਲਾਂਗਾ ਅਤੇ ਖੂਹੀ ਸੁੱਟ ਦਿਆਂਗਾ। ਛੋਟੇ ਨੇ ਝਗੜੇ ਦੀ ਜਾੜੀ ਖਤਮ ਕਰਨ ਦੀ ਜੁਗਤ ਦੱਸੀ। ਫਿਰ ਉਸ ਨੂੰ ਲੱਗਿਆ ਇਹ ਕੋਈ ਜੁਗਤ ਨਹੀਂ, ਬਾਪੂ ਵੀ ਵੀਰ ਨੂੰ ਕੁਛ नहीं आंदा। मतलब बापू भी वीर को मतलब भैया को कुछ नहीं बोलते, जो बड़े भाई थे। असी भावें रोईए तां साडा यकीन नहीं करदा। छोटे तां फिर रोन निकल गया। बीबा चुपचाप संदूकड़ी वाल वेखती रही। संदूकड़ी नूं हथ लाउणा पाप है बीबा, छोटे ने पुछया। वो चुप रही। बीबा कोई चीज़ खो लैणी पाप नहीं। छोटे नूं अजीब अजीब गल्लां सुझ रहीआं सन। हाँ पाप है। बीबा की आवाज़ किसी होर थां तो आउंदी लगदी सी। उस पाप नूं उस संदूकड़ी विच रख गया जिहदे विच सुरगां नरकां नूं घल्लण वाली मां शक्ति है। छोटे दीआं सिसकियां बंद हो गईयां सन, पर हंझू हले भी गल्लां उत्ते वग रहे सन मतलब बह रहे थे। बीबा तो ਉਹਦੇ ਵੱਲ ਵੇਖਿਆ नहीं सी जा रहा। छोटे वीरे खड़ा हो, छोटा खड़ा हो गया। ਉਹ ਦੋਵੇਂ ਬਾਹਰ ਗਏ ਤੇ ਇੱਕ ਮੰਜੀ ਚੁੱਕ ਲਿਆਏ। ਮੰਜੀ ਪੜਛੱਤੀ ਦੇ ਹੇਠ ਢਾ ਦਿੱਤੀ। ਢਾ मतलब नीचे लगा दी। ਮੈਂ ਬੀਬਾ ਸੰਦੂਕੜੀ ਲਾਉਣ ਲਈ ਮੰਜੇ ਉੱਤੇ ਖੜੀ ਹੋ ਗਈ। ਜੇ ਕਿਧਰੇ ਬਾਹਰ ਰੱਖ ਜਾਂਦਾ ਤਾਂ ਚੁੱਕ ਕੇ ਫੜਾ ਦਿੰਦੀ, ਮਗਰੋਂ ਜੋ ਹੁੰਦਾ ਵੇਖੀ ਜਾਂਦੀ। ਪਰ ਬੀਬਾ ਮੰਜੀ ਉੱਤੇ ਬੈਠ ਗਈ। ਉਹਦੀਆਂ ਨਜ਼ਰਾਂ ਅੱਗੇ ਵੱਡੇ ਭਰਾ ਦੇ ਦੱਸੇ ਨਰਕਾਂ ਦੇ ਦ੍ਰਿਸ਼ ਲੰਘਣ ਲੱਗੇ। ਭੀੜੀਆਂ ਗਲੀਆਂ, ਸੱਪ ਠੂਏ, ਸੱਪ ਮਤਲਬ ਸਾਂਪ, ਠੂਏ ਮਤਲਬ ਬਿੱਛੂ, ਤਪਦੇ ਕੜਾਹੇ ਮਤਲਬ ਗਰਮ ਕੜਾਹੀਆਂ ਬੜੀ ਬੜੀ, ਅਤੇ ਲਹੂ ਦੀਆਂ ਨਦੀਆਂ। ਬੀਬਾ ਨੇ ਵੇਖਿਆ ਛੋਟਾ ਗਾਇਬ ਸੀ। ਉਹ ਛੋਟੇ ਨੂੰ ਵੇਖਣ ਲਈ ਬਾਹਰ ਗਈ। ਉਹ ਛੋਟਾ ਰਸੋਈ ਵਿੱਚ ਸੀ ਜਿੱਥੇ ਬੈਠ ਕੇ ਮਾਂ ਰੋਟੀਆਂ ਪਕਾਇਆ ਕਰਦੀ ਸੀ। ਉਹ ਬੈਠਾ ਡੁਸਕ ਰਿਹਾ ਸੀ। ਛੋਟੇ ਮੈਂ ਤੈਨੂੰ ਕੁੱਟ ਬੈਠਾਂਗੀ ਮਤਲਬ ਪੀਟ ਦੂੰਗੀ। ਇੱਧਰੋਂ ਤੂੰ ਤਪਾ ਰਿਹਾ ਹੈ, ਉੱਧਰੋਂ ਸੰਦੂਕੜੀ ਡੋਲ ਮਾਰਨ ਨੂੰ ਆਉਂਦੀ ਹੈ। ਚੁੰਨੀ ਦੇ ਪੱਲੇ ਨਾਲ ਉਹਦੀਆਂ ਅੱਖਾਂ ਪੂੰਝੀਆਂ। ਗਰਮ ਪਾਣੀ ਨਾਲ ਚੰਗੀ ਤਰ੍ਹਾਂ ਆਪਣੇ ਹੱਥ ਧੋਤੇ, ਚੁੰਨੀ ਨਾਲ ਚੰਗੀ ਤਰ੍ਹਾਂ ਸੁੱਕੇ ਕੀਤੇ ਤੇ ਫਿਰ ਛੋਟੇ ਨੂੰ ਲੈ ਕੇ ਸੰਦੂਕੜੀ ਵਾਲੇ ਕਮਰੇ ਵਿੱਚ ਆ ਗਈ। ਮੰਜੀ ਉੱਤੇ ਖੜੀ ਹੋ ਕੇ ਚੁੰਨੀ ਗਲ ਵਿੱਚ ਪਾ ਲਈ, ਹੱਥ ਜੋੜ ਕੇ ਬੋਲੀ, ਹੇ ਮਾਂ ਸ਼ਕਤੀ, ਅਸੀਂ ਆਪਣੀ ਚੀਜ਼ ਹੀ ਲੈਣ ਲੱਗੇ ਹਾਂ। ਹੱਥ ਸੁੱਚੇ ਕਰਕੇ, ਸਾਹ ਰੋਕ ਕੇ, ਕਸ਼ੀਸ਼ ਵੱਟ ਕੇ, ਜਿਵੇਂ ਬਹੁਤ ਭਾਰੀ ਚੀਜ਼ ਚੁੱਕਣੀ ਹੋਵੇ। ਬੀਬਾ ਨੇ ਸੰਦੂਕੜੀ ਨੂੰ ਪੂਰੇ ਜ਼ੋਰ ਨਾਲ ਚੁੱਕਿਆ। ਸੰਦੂਕੜੀ ਉਹਦੇ ਨਾਲੋਂ ਬਹੁਤ ਹੌਲੀ ਨਿਕਲੀ। ਸੰਦੂਕੜੀ ਨੂੰ ਮੰਜੇ ਉੱਤੇ ਰੱਖ ਲਿਆ। ਉਹਦੇ ਵਿੱਚ ਬਹੁਤ ਨਿੱਕ ਸੁੱਖ ਸੀ। ਨਿੱਕ ਸੁੱਖ ਮਤਲਬ ਛੋਟੀ ਛੋਟੀ ਚੀਜ਼ਾਂ ਸੀ। ਸਭ ਚੀਜ਼ਾਂ ਦੇ ਹੇਠੋਂ ਉਹਨੇ ਪੈਨ ਲੱਭ ਲਿਆ ਮਤਲਬ ਢੂੰਡ ਲਿਆ ਅਤੇ ਛੋਟੇ ਦੀ ਜੇਬ ਨਾਲ ਟੰਗ ਦਿੱਤਾ। ਛੋਟਾ ਦੁੜੰਦਾ ਮਾਰਦਾ ਦੌੜता हुआ अपने हानियां नूं, अपने दोस्तों को नूं दिखाण बाहर नੱਠ ਗਿਆ मतलब बाहर भाग गया। ਛੋਟੇ ਦੇ ਰੋਣ ਦੀ ਆਵਾਜ਼ ਆਈ। ਉਹਦਾ ਕੰਨ ਫੜੀ ਵੱਡਾ ਭਰਾ ਅੰਦਰ ਆ ਗਿਆ। ਪੈਨ ਵੱਡੇ ਦੇ ਬੋਝੇ ਨਾਲ ਟੰਗਿਆ ਹੋਇਆ ਸੀ। ਬੀਬਾ ਛੇਤੀ ਨਾਲ ਉੱਠੀ ਅਤੇ ਉਹਨੇ ਛੋਟੇ ਦਾ ਕੰਨ ਛੁਡਾਇਆ। ਕਿਉਂ ਝੂਠੇ ਹੱਥ ਲਾਏ, ਪਵਿੱਤਰ ਮਾਂ ਸ਼ਕਤੀ ਨੂੰ ਵੱਡਾ ਗਰਜਿਆ। ਪੈਨ ਜਿਹੜਾ ਵਿੱਚ ਰੱਖ ਗਿਆ ਸੈਂ, ਉਹਨੂੰ ਵੀ ਸਾਡੇ ਝੂਠੇ ਹੱਥ ਲੱਗੇ ਹੋਏ ਸੀ। ਬੀਬਾ ਵੀ ਉਵੇਂ ਹੀ ਗਰਜੀ, ਪੈਨ ਮੋੜ ਦੇ ਨਹੀਂ ਤਾਂ ਕੋਈ ਭਾਣਾ ਵਰਤ ਜਾਊਗਾ, ਮਤਲਬ ਕੁਛ ਗਲਤ ਹੋ ਜਾਏਗਾ। ਭਾਣਾ ਤਾਂ ਵਰਤੂਗਾ ਹੀ। ਜਦੋਂ ਇਸ ਘਰ 'ਚ ਪਾਪ ਹੋਣ ਲੱਗ ਪੈਣ, ਬੇੜਾ ਗਰਕ ਹੋ ਕੇ ਰਹੂਗਾ, ਆਖ ਕੇ ਵੱਡਾ ਸੰਦੂਕੜੀ ਵੱਲ ਵਧਿਆ। ਬੀਬਾ ਨੇ ਫੁਰਤੀ ਨਾਲ ਸੰਦੂਕੜੀ ਉੱਤੇ ਕਬਜ਼ਾ ਕਰ ਲਿਆ। ਵੱਡਾ ਚੁੱਪਚਾਪ ਖਲੋ ਗਿਆ। ਖਿੱਚ ਧੂ ਕਰਨ ਨੂੰ ਉਹ ਸੰਦੂਕੜੀ ਦੀ ਬੇਅਦਬੀ ਸਮਝਦਾ ਸੀ। ਪੈਨ ਦੇ ਨਹੀਂ ਤਾਂ ਬੀਬਾ ਫੇਰ ਗਰਜੀ, ਨਹੀਂ ਤਾਂ ਕੀ, ਨਹੀਂ ਤਾਂ ਤੇਰੀ ਸੰਦੂਕੜੀ ਖਿਲਾਰ ਦਿਆਂਗੀ। ਵੱਡਾ ਸੋਚੀ ਪੈ ਗਿਆ। ਮੈਂ ਫਿਰ ਇੱਕ ਵਾਰ ਆਂਦੀ ਹਾਂ, ਪੈਨ ਦੇ ਨਿਆਣੇ ਦਾ ਮਤਲਬ ਛੋਟੇ ਬੱਚੇ का। ਬੀਬਾ ਉਬਲਦੇ ਲੁੱਕ ਵਾਂਗ, उबलते लुक वांग बुलबुले छड़न लगी। उबलता लुक जो तारकोल होता है, जो बहुत ज़्यादा गर्म होता है तो उसमें जो बुलबुले फूलने उसके बनने लगते हैं।
इस वार भी वड्डा चुप रहा। वो समझ गया सी बीबा एवें डराबा ही दिंदी है, मतलब डरा रही है। संदूकड़ी की बेअदबी वो कभी भी नहीं कर सकती। बीबा ने संदूकड़ी वगा के मारी। वगा के मतलब दूर फेंक दी। सारी पवित्रता धरती उत्ते खिलर गई। वड्डे नूं कोई गल नहीं आई। वो पिठ करके खड़ा हो गया। बीबा डर नाल नहीं गुस्से नाल कंब रही सी। कंब मतलब कांप रही थी। बापू नूं आ लैण दे, ਉਹਦੇ ਕੋਲੋਂ ਤੇਰੀ ਗੁੱਤ ਪੁੱਟਵਾਵਾਂਗਾ। ਵੱਡਾ ਹੌਲੀ ਹੌਲੀ ਨਿੱਕ ਸੁੱਕ ਇਕੱਠਾ ਕਰਕੇ ਢਿੱਲੇ ਪੈਰੀ ਬਾਹਰ ਨਿਕਲ ਗਿਆ। ਮੈਂ ਵੀ ਪੈਨ ਲੈ ਕੇ ਦੱਸਾਂਗੀ। ਪੈਨ ਮਿਲ ਜਾਣ ਉੱਤੇ ਜਿੰਨੀ ਖੁਸ਼ੀ ਛੋਟੇ ਨੂੰ ਹੋਣੀ ਸੀ, ਬੀਬਾ ਨੂੰ ਉਸ ਤੋਂ ਵੱਧ ਹੋ ਰਹੀ ਸੀ। ਐਵੇਂ ਕਿਵੇਂ ਦਾ ਡਰਾ ਰੱਖਿਆ ਸੀ। ਉਹਨੇ ਆਪਣੇ ਆਪ ਨਾਲ ਗੱਲ ਕੀਤੀ। कविता का नाम इस विच है निरभौ। निरभौ मतलब किसी बिना डर तो, किसी चीज़ का डर नहीं होना। पहले वो उस संदूकड़ी से डरते हैं, पर जब वो देखते हैं उसको उठा के फेंक देती है तो उसे लगता है कि फालतू में हम सब लोगों को डरा रखा था। अगे देखो औखे शब्दों के अर्थ। खिद्दो खुंडी हॉकी नाल मिलदी जुलदी एक देसी खेड का नाम। गेंद हॉकी। भै डर। चिर समा ला के उतार के उस्तत वड्याई। करोप गुस्सा। बेअदबी निरादर। निक सुक निक्कियां निक्कियां कई चीज़ां। गरां पिंड हानी हम उम्र। अगे इसके अभ्यास के प्रश्न उत्तर हैं। पहला प्रश्न है ਵੱਡਾ ਭਰਾ ਦੇਵੀ ਦੇਵਤਿਆਂ ਦੀ ਉਸਤਤ ਕਰਨ ਪਿੱਛੇ ਕੀ ਕਾਰਨ ਦੱਸਦਾ ਸੀ। ਤਾਂ ਉਹ ਦੱਸਦਾ ਸੀ ਕਿ ਸਾਨੂੰ ਰੱਬ ਨੇ ਅਲੱਗ-ਅਲੱਗ ਕੰਮ ਲਾ ਕੇ ਬੰਦੇ ਨੂੰ ਭੇਜਿਆ ਹੋਇਆ ਹੈ ਅਤੇ ਉਹ ਨਰਕਾਂ ਸਰਗਾਂ ਦੀਆਂ ਵੀ ਗੱਲਾਂ ਕਰਦਾ ਰਹਿੰਦਾ ਸੀ। ਵੱਡੇ ਭਰਾ ਦੀ ਪਵਿੱਤਰ ਸੰਦੂਕੜੀ ਬਾਰੇ ਕੀ ਧਾਰਨਾ ਪ੍ਰਚਲਿਤ ਸੀ। ਉਸ ਸੰਦੂਕੜੀ ਬਾਰੇ ਧਾਰਨਾ ਪ੍ਰਚਲਿਤ ਸੀ ਕਿ ਉਸ ਦੇ ਵਿੱਚ ਮਾਂ ਸ਼ਕਤੀ ਸੀ। ਉਸ ਨੂੰ ਕੋਈ ਹੱਥ ਨਹੀਂ ਸੀ ਲਾ ਸਕਦਾ ਅਤੇ ਸਭ ਉਸ ਦੇ ਅੱਗੇ ਸਿਰ ਝੁਕਾਉਂਦੇ ਸਨ ਅਤੇ ਉਸ ਕਮਰੇ ਵਿੱਚ ਵੀ ਨੰਗੇ ਪੈਰ ਹੀ ਜਾਂਦੇ ਸਨ। ਛੋਟੇ ਭਰਾ ਦੇ ਲਗਾਤਾਰ ਰੋਣ ਦਾ ਕੀ ਕਾਰਨ ਸੀ। ਉਸ ਦਾ ਪੈਨ ਉਸਦੇ ਵੱਡੇ ਭਰਾ ਨੇ ਲੈ ਲਿਆ ਸੀ। ਬੀਬਾ ਨੇ ਗੁੱਸੇ ਵਿੱਚ ਆ ਕੇ ਸੰਦੂਕੜੀ ਨਾਲ ਕੀ ਕੀਤਾ। ਤਾਂ ਬੀਬਾ ਨੇ ਗੁੱਸੇ ਵਿੱਚ ਆ ਕੇ ਸੰਦੂਕੜੀ ਵਗਾ ਕੇ ਮਾਰੀ। ਵੱਡੇ ਭਰਾ ਨੇ ਸੰਦੂਕੜੀ ਵਿੱਚ ਕੀ ਕੁਝ ਰੱਖਿਆ ਹੋਇਆ ਸੀ। ਵੱਡੇ ਭਰਾ ਨੇ ਸੰਦੂਕੜੀ ਦੇ ਵਿੱਚ ਮਾਂ ਸ਼ਕਤੀ, ਧੂਫ, ਮਾਲਾ, ਚੰਦਨ ਦੀ ਲੱਕੜੀ ਆਦਿ ਰੱਖਿਆ ਹੋਇਆ ਸੀ। ਨਿਰਭਉ ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ। ਨਿਰਭਉ ਦਾ ਭਾਵ ਹੈ ਬਿਨਾਂ ਡਰ ਤੋਂ। ਵਾਕਾਂ ਨੂੰ ਪੜ੍ਹ ਕੇ ਸਹੀ ਵਾਕ ਅੱਗੇ ਸਹੀ ਅਤੇ ਗਲਤ ਅੱਗੇ ਗਲਤ ਦਾ ਨਿਸ਼ਾਨ ਲਗਾਓ। ਛੋਟੇ ਨੇ ਪਵਿੱਤਰ ਸੰਦੂਕੜੀ ਪਰਛੱਤੀ ਉੱਤੇ ਰੱਖੀ ਹੋਈ ਸੀ ਤਾਂ ਇਹ ਗਲਤ ਹੈ, ਕਿਉਂਕਿ ਪਵਿੱਤਰ ਸੰਦੂਕੜੀ ਵੱਡੇ ਨੇ ਰੱਖੀ ਹੋਈ ਸੀ। ਵੱਡੇ ਨੇ ਪੈਨ ਸੰਦੂਕੜੀ ਵਿੱਚ ਪਾ ਦਿੱਤਾ। ਰਾਈਟ। ਪਵਿੱਤਰ ਸੰਦੂਕੜੀ ਨੂੰ ਵੱਡੇ ਭਰਾ ਤੋਂ ਬਿਨਾਂ ਕੋਈ ਹੱਥ ਨਹੀਂ ਲਾ ਸਕਦਾ ਸੀ। ਰਾਈਟ। ਬੀਬਾ ਛੋਟੇ ਭਰਾ ਨੂੰ ਵੱਡੇ ਭਰਾ ਕੋਲੋਂ ਪੈਨ ਵਾਪਸ ਨਹੀਂ ਕਰਵਾ ਸਕੀ। ਸੰਦੂਕੜੀ ਵਿੱਚ ਕੋਈ दैवी शक्ति नहीं सी। सही। अगे देखो दिते गए शब्दों विचों सही शब्द की चोण करके खाली थावां भरो। छोटे भरा नूं डैश ने पैन मंगवा के दिता सी तां छोटे भरा नूं बीबा भैन ने पैन मंगवा के दिता सी। वड्डा भरा डैश दियां गल्लां करदा सी तां वड्डा भरा नरकां सुरगां दियां गल्लां करदा सी। यहाँ पे आएगा ये वाला। वड्डे भरा ने पैन डैश विच सुट दिता तां वड्डे भरा ने पैन संदूकड़ी विच सुट दिता। बीबा ने संदूकड़ी डैश के दे मारी तां बीबा ने संदूकड़ी वगा दे मारी। पैन मिल जाण उत्ते जिन्नी खुशी छोटे नूं होनी सी डैश नूं उस तो वध हो रही सी। तां इत्थे आएगा बीबा। इस तरीका नाल तुसी इस पाठ में पहले पढ़ना है ਅਤੇ फिर इसके प्रश्न उत्तर करने हैं। मैं लिख के भी इन्हों शेयर कराँगी, पर तुसी इस नूं पहले खुद तो करने की कोशिश करनी है। धन्यवाद।